ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗੁਰ ਸੇਵਾ ਤੇ ਨਾਮੇ ਲਾਗਾ ਤਿਸਕੋ ਮਿਲਿਆ ਜਿਸਕੇ ਭਾਗਾ। ਗੁਰ ਕੀ ਸੇਵਾ ਕਰੋ ਦਿਨ ਰਾਤ। ਸੂਖ ਸਹਿਜ ਮਨ ਆਵੇ ਸ਼ਾਂਤ। ਸੇਵਾ ਥੋਰੀ ਮੰਗਣ ਬਹੁਤਾ। ਮੈਲ ਨ ਪਾਵੈ ਕਾਤੋ ਪਉਤਾ। ਗੁਰਮੁਖ ਸੇਵਾ ਪ੍ਰਾਣ ਆਧਾਰਾ। ਕਬੀਰ ਸੇਵਾ ਕੋ ਦੋਏ ਪਲੇ। ਇਕ ਸੰਤ ਇਕ ਰਾਮ। ਰਾਮ ਜੋ ਦਾਤਾ ਮੁਕਤ ਕੋ। ਸੰਤ ਜੋ ਪਾਵੈ ਨਾਮ। ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ। ਹਉਮੈ ਵਿੱਚੋਂ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਪਿਛਲੇ ਸਮੇਂ ਦੌਰਾਨ ਆਪਾਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਗਾਥਾ ਆਪ ਦੇ ਨਾਲ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਧੰਨ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਵਿੱਚ ਸੇਵਾ ਕਮਾਉਂਦੇ ਨੇ, ਭਾਂਡੇ ਮਾਂਜਦੇ ਨੇ, ਲੰਗਰ ਪਕਾਉਂਦੇ ਨੇ, ਜਿਤਨੀਆਂ ਵੀ ਸੇਵਾਵਾਂ ਨੇ ਗੁਰੂ ਘਰ ਦੀਆਂ ਉਹ ਬੜੇ ਪਿਆਰ ਦੇ ਨਾਲ ਕਰਦੇ ਨੇ। ਜਿਸ ਤਰ੍ਹਾਂ ਕਿ ਇੱਕ ਬਚਨ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਬਚਨਾਂ ਵਿੱਚੋਂ ਕਿ ਸਿੱਖ ਨੇ ਸਿੱਖ ਦੀ ਸੇਵਾ ਰੁਚ ਨਾਲ ਕਰਨੀ ਹੈ। ਰੁਚ ਮਾਣੇ ਪਿਆਰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਵੀ ਜਦੋਂ ਸਿੱਖ ਨੇ ਸੇਵਾ ਕਰਨੀ ਹੈ ਨਾ, ਸਿੱਖ ਨੇ ਸਿੱਖ ਦੀ ਸੇਵਾ ਰੁਚ ਨਾਲ ਕਰਨੀ ਹੈ। ਸਿੱਖ ਨੇ ਸੇਵਾ ਕਰਨੀ ਕਿੱਥੇ ਆ? ਮਹਾਰਾਜ ਕਿ ਸਿੱਖ ਨੇ ਸਿੱਖ ਦੀ ਸੇਵਾ ਕਰਨੀ ਹੈ ਤੇ ਕਰਨੀ ਵੀ ਪਿਆਰ ਨਾਲ ਹੀ ਆ। ਜਿਸ ਤਰ੍ਹਾਂ ਉਹ ਮਹਾਰਾਜ ਦਾ ਬਚਨ ਆਉਂਦਾ ਕਿ ਸੇਵ ਕਰੀ ਇਨਹੀ ਕੀ ਭਾਵਤ। ਕੋਈ ਦੇਵੀ ਦੇਵਤਿਆਂ ਦੀ ਸੇਵਾ ਕਰਦਾ ਹੈ, ਕੋਈ ਕਿਤੇ ਸੇਵਾ ਕਰਦਾ ਹੈ, ਕੋਈ ਕਿਸ ਦੀ ਸੇਵਾ ਕਰਦਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੇਵ ਕਰੀ ਨਹੀਂ ਕੀ ਭਾਵਤ। ਸੇਵਾਵਾਂ ਬੜੀਆਂ ਹੋ ਰਹੀਆਂ ਨੇ ਧਰਤੀ ਉੱਤੇ, ਪਰ ਮੈਨੂੰ ਸੇਵਾ ਕਿਹੜੀ ਜਚਦੀ ਹੈ? ਜਿਸ ਤਰ੍ਹਾਂ ਗੁਰੂ ਕੀ ਬਾਣੀ ਕਾ ਵਾਕ ਆਉਂਦਾ ਹੈ ਕਿ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਿਹੜੀ ਅਸੀਂ ਸੇਵਾ ਕਰਨੀ ਹੈ ਨਾ, ਇਹ ਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਕਰਨੀ ਹੈ ਤੇ ਗੁਰੂ ਉਸ ਸੇਵਾ ਨਾਲ ਪ੍ਰਸੰਨ ਹੁੰਦਾ ਹੈ ਜਿਹੜੀ ਸੇਵਾ ਗੁਰੂ ਨੂੰ ਭਾਉਂਦੀ ਹੈ।
सा सेवा कीती सफल है जित सतगुर का मन मन्ने। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਜਦੋਂ ਅਸੀਂ ਉਹ ਸੇਵਾ ਕਰਾਂਗੇ ਜਿਹੜੀ ਗੁਰੂ ਨੂੰ ਭਾਉਂਦੀ ਹੈ, ਤੇ ਉਹ ਸੇਵਾ ਰਾਹੀਂ ਫਿਰ ਗੁਰੂ ਪ੍ਰਸੰਨ ਹੁੰਦਾ ਹੈ। ਤੇ ਜਦੋਂ ਗੁਰੂ ਪ੍ਰਸੰਨ ਹੁੰਦਾ ਹੈ, सा सेवा कीती सफल है जित सतगुर का मन मन्ने। ਜਾਂ सतगुर का मन ਮੰਨਿਆ, ਫਿਰ ਸਿੱਖ ਨੂੰ ਕੀ ਮਿਲਣਾ ਹੈ? ਜਦੋਂ ਗੁਰੂ ਨੇ ਪ੍ਰਸੰਨ ਹੋਣਾ ਹੈ, ਫਿਰ ਸਿੱਖ ਨੂੰ ਕੁਝ ਦੇਣਾ ਹੈ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਸੇਵਾ ਦੀ ਇੱਕ ਵੱਡੀ ਪ੍ਰਾਪਤੀ ਹੁੰਦੀ ਆ ਕਿ ਸੇਵਾ ਕਰਦਿਆਂ ਕਰਦਿਆਂ ਜਿੱਥੇ ਗੁਰੂ ਪ੍ਰਸੰਨ ਹੁੰਦਾ ਹੈ, ਉੱਥੇ ਗੁਰੂ ਕਾ ਸਿੱਖ ਜਿਹੜਾ, ਉਹਦੇ ਪਾਪ ਗੁਨਾਹ ਸਾਰੇ ਮਾਫ ਹੋ ਜਾਂਦੇ ਨੇ। ਮਹਾਂਪੁਰਖ ਇੱਕ ਬਚਨ ਕਰਿਆ ਕਰਦੇ ਹੁੰਦੇ ਸਨ ਵੀ ਜਦੋਂ ਬਾਣੀ ਪੜ੍ਹਦਿਆਂ ਮਨ ਨਾ ਲੱਗੇ, ਕੀਰਤਨ ਵਿੱਚ ਨਾਮ ਮਨ ਲੱਗੇ, ਲੱਗਦਾ ਹੀ ਨਹੀਂ ਹੈ। ਤਾਈਓ ਤੇ ਅਰਦਾਸ ਕੀਤੀ ਕਿ ਤਹਾਂ ਬੈਕੁੰਠ ਜੈ ਕੀਰਤਨ ਤੇਰਾ। ਜਿੱਥੇ ਕੀਰਤਨ ਹੈ ਉੱਥੇ ਬੈਕੁੰਠ ਆ, ਤੇ ਮੇਰਾ ਮਨ ਉੱਥੇ ਲੱਗਣਾ ਚਾਹੀਦਾ ਹੈ। ਜੇ ਜੀਂਦਿਆਂ ਸਾਡਾ ਮਨ ਬੈਕੁੰਠ ਨਾਲ ਨਹੀਂ ਲੱਗਦਾ, ਤੇ ਮਰ ਕੇ ਸਾਨੂੰ ਬੈਕੁੰਠ ਥੋੜਾ ਹੋ ਮਿਲਣਾ ਹੈ। ਤੇ ਬਚਨ ਕਰਦੇ ਹੁੰਦੇ ਸੀ ਮਹਾਂਪੁਰਖ ਕਿ ਇਹ ਜਿਹੜੀ ਸੇਵਾ ਵਾ ਨਾ, ਅਸੀਂ ਗੁਰੂ ਦੇ ਘਰ ਕਰਦੇ ਹਾਂ, ਉਹ ਸੜਕਾਂ ਵਾਲੀ ਸੇਵਾ ਨਹੀਂ ਹੈ। ਗੁਰੂ ਦੇ ਦਰ ਦੀ ਸੇਵਾ ਜਿਹੜੀ ਹੁੰਦੀ ਹੈ, ਇਹ ਕੀ ਹੈ? ਮਹਾਂਪੁਰਖ ਕਹਿੰਦੇ ਜਿਸ ਤਰ੍ਹਾਂ ਕੋਈ ਕਿਸੇ ਨੂੰ ਭੇਟਾ ਅਰਪਣ ਕਰਦਾ ਹੈ ਨਾ, ਅਮੀਰ ਬੰਦਾ ਪੈਸਾ ਚੜਾ ਦਿੰਦਾ ਗੁਰੂ ਦਰ ਤੇ, ਤੇ ਇਹ ਜਿਹੜੀ ਸੇਵਾ ਵਾ ਨਾ, ਇਹ ਗੁਰੂ ਦੇ ਅੱਗੇ ਭੇਟਾ ਰੱਖਣੀ ਹੈ। ਤੇ ਜਦੋਂ ਕੋਈ ਭੇਟਾ ਰੱਖਦਾ, ਫਿਰ ਗੁਰੂ ਪ੍ਰਸੰਨ ਹੁੰਦਾ ਹੈ। ਸੇਵਾ ਦੀ ਭੇਟ। ਤੇ ਮਹਾਂਪੁਰਖ ਕਹਿੰਦੇ ਫਿਰ ਸੇਵਾ ਕਰਕੇ ਤੇ ਅਰਦਾਸ ਕਰਨੀ ਹੈ ਕਿ ਇਹ ਗੁਰੂ ਰਾਮਦਾਸ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਆ ਮੇਰੀ ਭੇਟਾ ਅਰਪਣ ਕਰੋ। ਤੁਸਾਂ ਨੇ ਮੇਰੇ ਕੋ ਸੇਵਾ ਕਰਾਈ, ਤੇ ਮੈਂ ਆਪ ਨੂੰ ਇਹ ਸੇਵਾ ਭੇਟਾ ਦੇ ਰੂਪ ਚ ਦਿੰਦਾ ਹੈ। ਹੋਰ ਤਾਂ ਮੈਂ ਕੁਛ ਗੁਰੂ ਨੂੰ ਦੇ ਨਹੀਂ ਸਕਦਾ। ਮੈਂ ਜਿਹੜੀ ਸੇਵਾ ਕਰ ਰਿਹਾ, ਤੁਸੀਂ ਮੇਰੇ ਕੋ ਕਰਾ ਰਹੇ ਹੋ, ਇਹ ਮਾਰ ਮੈਂ ਭੇਟਾ ਦੇ ਰੂਪ ਚ ਤੁਹਾਨੂੰ ਦਿੱਤੀ ਹੈ। ਤੇ ਗੁਰ ਸੇਵਾ ਤੇ ਨਾਮੇ ਲਾਗਾ। ਕਹਿੰਦੇ ਤੂੰ ਸੇਵਾ ਚ ਲੱਗ। ਇਹ ਗੁਰੂ ਕਾ ਵਾਕ ਹੈ। ਤੂੰ ਸੇਵਾ ਚ ਲੱਗ, ਤੇ ਗੁਰੂ ਨੇ ਪਤਾ ਫਿਰ ਕੀ ਕਰਨਾ ਹੈ। ਗੁਰੂ ਨੇ ਤੇਰੇ ਮਨ ਨੂੰ ਨਾਮ ਚ ਲਾ ਦੇਣਾ ਹੈ। ਅੱਜ ਬੜੇ ਲੋਕ ਕਹਿੰਦੇ ਨੇ ਮਨ ਨਹੀਂ ਜੁੜਦਾ, ਮਨ ਨਹੀਂ ਇਕਾਗਰ ਹੁੰਦਾ। ਮਾਰ ਕਹਿੰਦੇ ਤੂੰ ਉਹ ਕੰਮ ਕਰ ਜਿਹਦੇ ਨਾਲ ਮਨ ਇਕਾਗਰ ਹੋਵੇ, ਜਿਹਦੇ ਨਾਲ ਮਨ ਲੱਗ ਜਾਵੇ। ਉਹ ਕੰਮ ਕਿਹੜਾ? ਗੁਰ ਸੇਵਾ ਤੇ ਨਾਮੇ ਲਾਗਾ। ਤੂੰ ਗੁਰੂ ਦੀ ਸੇਵਾ ਵਿੱਚ ਲੱਗ ਜਾ, ਤੇ ਗੁਰੂ ਨੇ ਜਾਂ ਸਤਿਗੁਰ ਕਾ ਮਨ ਮੰਨਿਆ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਉਪਦੇਸ਼ ਜਿ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਗੁਰੂ ਨੇ ਉਪਦੇਸ਼ ਦਿੱਤਾ ਹੈ, ਸਿੱਖਾਂ ਨੇ ਸੁਣਿਆ, ਮੰਨਿਆ, ਤੇ ਫਿਰ ਗੁਰੂ ਨੇ ਬਖਸ਼ਾਂ ਕੀਤੀਆਂ। ਮੈਂ ਕਹਿ ਰਿਹਾ ਸੀ ਕਿ ਇਹ ਜਿਹੜੀ ਸੇਵਾ ਹੈ ਨਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਸਿੱਖ ਨੇ ਸੇਵਾ ਸਿੱਖ ਦੀ ਰੁਚ ਨਾਲ ਕਰਨੀ ਹੈ। ਕੋਈ ਦੇਵੀ ਦੇਵਤਿਆਂ ਦੀ ਸੇਵਾ ਕਰਦਾ ਹੈ, ਕੋਈ ਕਿਸੇ ਦੀ ਸੇਵਾ ਪਿਆ ਕਰਦਾ ਹੈ। ਸਭ ਕਹਿੰਦੇ ਨਹੀਂ, ਕਲਗੀਧਰ ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ।
ਜਿਹੜਾ ਮੇਰੇ ਪੰਥ ਦੀ ਸੇਵਾ ਕਰੇਗਾ, ਜਿਹੜਾ ਮੇਰੇ ਸਿੱਖ ਦੀ ਸੇਵਾ ਕਰੇਗਾ, ਉਹ ਹੀ ਮੈਨੂੰ ਭਾਉਂਦਾ ਹੈ। ਆਨ ਕੀ ਸੇਵ ਸੁਹਾਵਨਾ ਜੀ ਕੋ। ਗੁਰਦੁਆਰਾ ਛੱਡ ਕੇ, ਗੁਰੂ ਪੰਥ ਨੂੰ ਛੱਡ ਕੇ, ਗੁਰਸਿੱਖਾਂ ਨੂੰ ਛੱਡ ਕੇ ਕਿਤੇ ਹੋਰ ਦੀ ਤੂੰ ਸੇਵਾ ਪਿਆ ਕਰਦਾ ਹੈ। ਇਹ ਗੁਰੂ ਗੋਬਿੰਦ ਸਿੰਘ ਨੂੰ ਸੇਵਾ ਨਹੀਂ ਜੇ ਪਾਉਂਦੀ। ਜਿੱਦਾਂ ਖਾਲਸਾ ਏਡ ਵਾਲੇ ਉਹ ਸੀਰੀਆ ਜਾਂਦੇ ਨੇ, ਕੁਵੈਤ ਜਾਂਦੇ ਨੇ ਸੇਵਾ ਕਰਨ ਲਈ। ਉਹ ਪੰਜਾਬ ਦੀ ਸੇਵਾ ਤਾਂ ਕਰ ਲਓ ਪਹਿਲੋਂ। ਪੰਜਾਬ 'ਚ ਸੇਵਾ ਦੀ ਲੋੜ ਨਹੀਂ ਹੈ, ਤੁਸੀਂ ਸੀਰੀਆ ਦੇ ਬਾਰਡਰ ਤੇ ਸੇਵਾ ਕਰਨ ਜਾਂਦੇ ਹੋ। ਨਹੀਂ 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 ਨਹੀਂ। ਤਾਂ ਮਹਾਰਾਜ ਕਹਿੰਦੇ ਆ ਵੀ ਭਾਈ ਸਿੱਖ ਨੇ ਸਿੱਖ ਦੀ ਸੇਵਾ ਰੁਚ ਨਾਲ ਕਰਨੀ ਹੈ, ਪਿਆਰ ਨਾਲ ਕਰਨੀ ਹੈ। ਤੇ ਫਿਰ ਮੈਂ ਕਹਿ ਦਿਆਂ ਕਿ ਜਿਹੜਾ ਸਾਡਾ ਮਨ ਵਾ ਇਹ ਸਿੱਧਾ ਨਾਮ ਨਾਲ ਨਹੀਂ ਜੁੜਨਾ। ਇਹਨੂੰ ਜੋੜਨ ਵਾਸਤੇ ਸਾਨੂੰ ਸੇਵਾ ਨਾਲ ਜੁੜਨਾ ਪੈਣਾ ਹੈ। ਜਦ ਅਸੀਂ ਸੇਵਾ ਨਾਲ ਜੁੜ ਗਏ, ਆਪੇ ਜੁੜ ਜਾਣਾ ਰੱਬ ਦੇ ਨਾਮ ਦੇ ਨਾਲ। ਆ 2 ਦਿਨ ਹੋ ਗਏ, ਇੱਕ ਵਾਕ ਆਇਆ ਸੀ ਦਰਬਾਰ ਸਾਹਿਬ ਦੇ ਅੰਦਰੋਂ ਕਿ ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ, ਜੇਤੇ ਕਰਮ ਕਮਾਏ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦਾ ਪਾਉਣ ਵਾਕ ਸੀ ਵੀ ਬੰਦਿਆ ਜੇ ਤੂੰ ਗੁਰੂ ਦੀ ਸੇਵਾ ਨਹੀਂ ਕਰੇਂਗਾ। ਵੇਖੋ ਬਾਬਾ ਬੁੱਢਾ ਜੀ ਸੇਵਾ ਕਰਦੇ ਰਹੇ, ਭਾਈ ਗੁਰਦਾਸ ਜੀ ਸੇਵਾ ਕਰਦੇ ਰਹੇ, ਭਾਈ ਮੰਝ ਨੇ ਸੇਵਾ ਕੀਤੀ ਆ, ਭਾਈ ਬਹਿਲੋ ਨੇ ਸੇਵਾ ਕੀਤੀ ਆ, ਭਾਈ ਸਹਿਲੋ ਨੇ ਸੇਵਾ ਕੀਤੀ ਆ, ਭਾਈ ਸੁਧਾਰਨ ਨੇ ਸੇਵਾ ਕੀਤੀ। ਸਾਰੇ ਸੇਵਾ ਕਰਦੇ ਰਹੇ ਨੇ ਪੁਰਾਤਨ ਸਿੱਖ। ਮਾਰ ਕਹਿੰਦੇ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਕਹਿੰਦੇ ਜਿੰਨੇ ਤੈਨੂੰ ਬੰਧਨ ਪਏ ਹੋਏ ਆ ਨਾ, ਇਹ ਤਾਂ ਹੀ ਪਏ ਆ ਕਿ ਤੂੰ ਗੁਰੂ ਕੀ ਸੇਵਾ 'ਚ ਨਹੀਂ ਲੱਗਿਆ। ਜਿੱਦਣ ਤੂੰ ਗੁਰੂ ਦੀ ਸੇਵਾ 'ਚ ਲੱਗ ਜਾਏਗਾ, ਇਹ ਦੁਨੀਆ ਦੇ ਸਾਰੇ ਹੀ ਬੰਧਨ ਤੇਰੇ ਛੁੱਟ ਜਾਣਗੇ। ਜਿੱਦਾਂ ਉਹ ਬਚਨ ਨਹੀਂ ਆਉਂਦਾ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੂ ਕਰੇ, ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ। ਇਸ ਜਗ ਮੇਂ ਨਾਮ ਅਲੱਭ ਹੈ ਗੁਰ ਨਾਨਕ, ਜੋ ਗੁਰ ਸੇਵੇ ਆਪਣਾ ਹੋ ਤਿਨ ਬਲਿਹਾਰੇ ਜਾਉ। ਬੰਧਨ ਤੋੜੇ ਮੁਕਤ ਹੋਏ। ਇਹ ਸੇਵਾ ਬੰਧਨ ਤੋੜਦੀ ਹੈ। ਕਿਉਂ? ਸੇਵਾ ਰਾਹੀਂ ਗੁਰੂ ਦਾ ਪਿਆਰ ਮਿਲਣਾ ਹੈ, ਸੇਵਾ ਰਾਹੀਂ ਗੁਰੂ ਦੀਆਂ ਬਖਸ਼ਾਂ ਮਿਲਣੀਆਂ ਨੇ। ਤੇ ਮਾਰ ਕਹਿੰਦੇ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਹੇ। ਤੇਰੀ ਜਿੰਦ ਦੀ ਖਲਾਸੀ ਤਾਂ ਹੀ ਹੋਣੀ ਆ ਜੇ ਤੂੰ ਗੁਰੂ ਦੀ ਸੇਵਾ 'ਚ ਲੱਗੇਗਾ, ਨਹੀਂ ਤੇ ਤੂੰ ਬੰਧਨਾਂ 'ਚ ਫਸ ਜਾਵੇਂਗਾ। ਅਗਲਾ ਵਚਨ ਸੀ ਕਿ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਈ। ਜਿਹੜੇ ਕਹਿੰਦੇ ਨਾ ਸਾਡਾ ਅੰਦਰ ਨਹੀਂ ਟਿਕਦਾ, ਚਿੱਤ ਨਹੀਂ ਟਿਕਦਾ, ਮਨ ਨਹੀਂ ਇਕਾਗਰ ਹੁੰਦਾ। ਤੇ ਗੁਰੂ ਰਾਮਦਾਸ ਕਹਿੰਦੇ ਹੋ ਸਕਦਾ ਤੂੰ ਕਦੀ ਸੇਵਾ ਨਾ ਕੀਤੀ ਹੋਵੇ ਤਾਂ ਹੀ ਨਹੀਂ ਇਕਾਗਰ ਹੁੰਦਾ ਏ, ਤਾਂ ਹੀ ਨਹੀਂ ਟਿਕਦਾ ਏ, ਤਾਂ ਹੀ ਜਬਲੀਆਂ ਪਿਆ ਮਾਰਦਾ ਏ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਈ, ਮਰ ਜੰਮੇ ਆਵੇ ਜਾਏ। ਤੇ ਮਾਰ ਕਹਿੰਦੇ ਇਹ ਜਿਹੜਾ 84 ਲੱਖ ਦਾ ਗੇੜਾ ਹੈ ਨਾ, ਇਹ ਵੀ ਨਹੀਂ ਮੁੱਕਣਾ। ਇਹ ਤਾਂ ਮੁੱਕਣਾ ਹੀ ਜੇ ਤੂੰ ਗੁਰੂ ਕੀ ਸੇਵਾ 'ਚ ਲੱਗ ਜਾਵੇਂਗਾ। ਜੇ ਨਹੀਂ ਲੱਗੇਗਾ, ਬਿਨ ਸਤਿਗੁਰ ਸੇਵੇ ਠਵਰ ਨਾ ਪਾਈ, ਮਰ ਜੰਮੇ ਆਵੇ ਜਾਏ। ਤੂੰ ਬਾਰ ਬਾਰ ਜੰਮੇਗਾ, ਬਾਰ ਬਾਰ ਮਰੇਗਾ। ਫਿਰ ਜੇ ਤੂੰ ਗੁਰੂ ਦੀ ਸੇਵਾ ਨਹੀਂ ਕਰੇਗਾ ਤਾਂ। ਅਗਲਾ ਵਚਨ ਸੀ ਮਹਾਰਾਜ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦਾ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ। ਕਈ ਕਹਿੰਦੇ ਨੇ ਕ੍ਰੋਧ ਬੜਾ ਹੁੰਦਾ ਹੈ, ਕ੍ਰੋਧੀ ਬੰਦਾ ਫਿੱਕਾ ਬੋਲਦਾ ਹੈ।
ਕ੍ਰੋਧੀ ਬੰਦਾ ਕੌੜਾ ਬੋਲਦਾ ਹੈ। ਤੇ ਮਹਾਰਾਜ ਕਹਿੰਦੇ ਤਾਂ ਹੀ ਕੜੱਤਨ ਹੈ ਜ਼ਿੰਦਗੀ ਵਿੱਚ, ਤੂੰ ਸਤਿਗੁਰ ਦੀ ਸੇਵਾ ਨਹੀਂ ਕਰਦਾ, ਤੂੰ ਗੁਰਦੁਆਰੇ ਦੀ ਸੇਵਾ ਨਹੀਂ ਕਰਦਾ, ਤੂੰ ਗੁਰੂ ਦੀ ਸੇਵਾ ਨਹੀਂ ਕਰਦਾ। ਇਸ ਕਰਕੇ ਮਹਾਰਾਜ ਕਹਿੰਦੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ। ਜਿੱਥੇ ਤੇਰੀ ਜ਼ਿੰਦਗੀ 'ਚ ਕੁੜੱਤਣ ਹੋਏਗੀ, ਕ੍ਰੋਧ ਹੋਏਗਾ, ਜੇ ਤੂੰ ਗੁਰੂ ਦਰ ਤੇ ਸੇਵਾ ਨਹੀਂ ਕਰੇਗਾ। ਤੇ ਨਾਲ ਅਗਲਾ ਬਚਨ ਸੀ ਕਿ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੇ ਮਨ ਆਏ। ਇਹ ਰੱਬ ਦਾ ਨਾਮ ਮਨ ਵਿੱਚ, ਹਿਰਦੇ ਵਿੱਚ ਤਾਂ ਨਹੀਂ ਵਸ ਰਿਹਾ ਕਿ ਤੂੰ ਗੁਰੂ ਕੀ ਸੇਵਾ ਨਹੀਂ ਕਰਦਾ। ਤੇ ਸੇਵਾ ਤੋਂ ਬਿਨਾਂ ਗੁਰੂ ਦਾ ਪਿਆਰ ਨਹੀਂ ਮਿਲਣਾ, ਸੇਵਾ ਤੋਂ ਬਿਨਾਂ ਅੰਦਰ ਨਹੀਂ ਟਿਕਣਾ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਈ, ਮਰ ਜੰਮੇ ਆਵੇ ਜਾਏ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੇ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ, ਜੰਪੁਰ ਬੱਧੇ ਮਾਰੀਐ। ਬਾਹਰ ਕਹਿੰਦੇ ਧਰਤੀ ਤੇ ਆ ਕੇ ਜਿਨ੍ਹਾਂ ਨੇ ਗੁਰੂ ਕੀ ਸੇਵਾ ਨਹੀਂ ਨਾ ਕੀਤੀ, ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਏ। ਉਹਨਾਂ ਨੂੰ ਜਮਾਂ ਨੇ ਬੰਨ ਕੇ ਮਾਰਨਾ ਹੈ ਜਿਹੜੇ ਗੁਰੂ ਕੀ ਸੇਵਾ ਨਹੀਂ ਕਰਦੇ। ਹੁਣ ਅੱਜ ਕੱਲ੍ਹ ਅਸੀਂ ਫੇਸਬੁੱਕੀ ਵਿਦਵਾਨ ਬਣ ਗਏ ਆ, ਫੇਸਬੁੱਕਾਂ ਦੇ ਬੇ ਕਈ ਗਿਆਨ ਪਏ ਘੋਟਦੇ ਆ, ਤੇ ਅੰਮ੍ਰਿਤ ਵੇਲੇ ਜੁੱਲਾ ਛੱਡਣ ਨੂੰ ਜੀ ਨਹੀਂ ਕਰਦਾ, ਨਾ ਗੁਰੂ ਕੀ ਸੇਵਾ ਕਰਨ ਨੂੰ ਜੀ ਕਰਦਾ। ਤੇ ਗੱਲਾਂ ਜਿਹੜੀਆਂ ਮਰਜ਼ੀ ਸਾਡੇ ਕੋਲ ਸੁਣ ਲਓ। ਮਾਰ ਕਹਿੰਦੇ ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਏ। ਤੈਨੂੰ ਜਮਾਂ ਨੇ ਬੰਨ ਕੇ ਮਾਰਨਾ ਹੈ। ਇਹ ਗੁਰੂ ਰਾਮਦਾਸ ਦਾ ਆਪਣਾ ਇੱਕ ਬਚਨ ਹੈ। ਮੂੰਹ ਕਾਲੇ ਉੱਠ ਜਾਏ, ਮੂੰਹ ਕਾਲੇ ਉੱਠ ਜਾਏ। ਤੇ ਮਰ ਕਹਿੰਦੇ ਜੀ ਤੂੰ ਗੁਰੂ ਕੀ ਸੇਵਾ 'ਚ ਨਹੀਂ ਲੱਗੇਗਾ ਤੇ ਇਸ ਧਰਤੀ ਦੇ ਉੱਤੇ ਗੁਨਾਹ ਪਾਪ ਕਰਦਿਆਂ ਕਰਦਿਆਂ ਇਸ ਧਰਤੀ ਤੋਂ ਕੂਚ ਕਰ ਜਾਵੇਂਗਾ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਏ। ਮੂੰਹ ਕਾਲੇ ਉੱਠ ਜਾਏ, ਮੂੰਹ ਕਾਲੇ ਉੱਠ ਜਾਏ। ਕਾਲਖ ਖੱਟ ਕੇ ਇਸ ਧਰਤੀ ਤੋਂ ਜਾਵੇਂਗਾ ਜੇ ਤੂੰ ਗੁਰੂ ਦੀ ਸੇਵਾ ਰਾਹੀਂ ਗੁਰੂ ਦਾ ਪਿਆਰ ਨਹੀਂ ਪ੍ਰਾਪਤ ਕਰ ਸਕਿਆ। ਅਗਲਾ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੀ। ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ। ਮਰ ਕਹਿੰਦੇ ਤੂੰ ਇਸ ਤਰ੍ਹਾਂ ਸੇਵਾ ਕਰਕੇ ਜਿਸ ਤਰ੍ਹਾਂ ਇੱਕ ਨੌਕਰ ਆਪਣੇ ਮਾਲਕ ਦੇ ਦਰ ਤੇ ਰਹਿ ਕੇ ਉਹਦੀ ਨੌਕਰੀ ਕਰਦਾ ਹੈ, ਉਹਦੀ ਚਾਕਰੀ ਕਰਦਾ ਹੈ। ਤੇ ਤੂੰ ਇਉਂ ਕਹਿ ਕਿ ਹਮ ਚਾਕਰ ਗੋਬਿੰਦ ਕੇ, ਠਾਕਰ ਮੇਰਾ ਭਾਰਾ। ਹੁਣ ਜਿਹੜਾ ਚਾਕਰ ਹੁੰਦਾ, ਨੌਕਰ ਹੁੰਦਾ, ਉਹਨੂੰ ਫਿਕਰ ਹੁੰਦਾ ਕਿ ਮੈਂ ਟਾਈਮ ਨਾ ਜਾਣਾ, ਮਾਲਕ ਮੇਰੇ ਨਾਲ ਕਿਤੇ ਨਾਰਾਜ਼ ਨਾ ਹੋ ਜੇ, ਮਾਲਕ ਮੈਨੂੰ ਤਨਖਾਹ ਨਾ ਮੇਰੀ ਘਟਾ ਦੇਵੇ। ਤੇ ਮਾਲਕ ਤੋਂ ਡਰਦਿਆਂ ਹੋਇਆਂ ਫਿਰ ਉਹ ਚਾਕਰ ਬਣ ਕੇ ਉਹਦੇ ਕੰਮ ਕਰਦਾ ਹੈ। ਤੇ ਮਰ ਕਹਿੰਦੇ ਜਦੋਂ ਤੂੰ ਗੁਰੂ ਕੀ ਸੇਵਾ ਕਰਨੀ ਆ, ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ। ਇਹ ਚਾਕਰੀ ਆ, ਇਹ ਨੌਕਰੀ ਆ। ਤੇ ਦੁਨਿਆਵੀ ਨੌਕਰੀਆਂ ਚੋਂ ਸਾਨੂੰ ਪੈਸਾ ਮਿਲਦਾ ਹੈ, ਤੇ ਜਦੋਂ ਅਸੀਂ ਗੁਰੂ ਦੀ ਸੇਵਾ ਕਰਾਂਗੇ ਇੱਥੋਂ ਸਭ ਕੁਝ ਮਿਲਦਾ ਹੈ। ਜਿੱਦਾਂ ਇੱਕ ਬਚਨ ਆਉਂਦਾ ਮਹਾਰਾਜ ਦਾ ਕਿ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ। ਜਾਂ ਤੇ ਪੁੱਤ ਬਣ ਕੇ ਤੇ ਜਾਂ ਫਿਰ ਚਾਕਰ ਬਣ ਕੇ ਸੇਵਾ ਕਰੇ ਗੁਰੂ ਦੀ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ, ਤਿਸ ਕਾਰਜ ਸਭ ਸਵਾਰੇ। ਤੂੰ ਗੁਰੂ ਦੇ ਕੰਮਾਂ 'ਚ ਲੱਗਾ ਰਹੋ, ਗੁਰੂ ਤੇਰੇ ਕੰਮ ਆਪੇ ਕਰੇਗਾ। ਜਿਸ ਤਰ੍ਹਾਂ ਇੱਕ ਬਚਨ ਆਉਂਦਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ,
ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਤੂੰ ਇੱਕ ਕਦਮ ਗੁਰੂ ਵੱਲ ਪੁੱਟ ਤੇ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੂੰ ਇੱਕ ਕਦਮ ਆ, ਗੁਰੂ ਨੇ ਕਰੋੜਾਂ ਕਦਮ ਤੇਰੇ ਵੱਲ ਆਉਣਾ ਹੈ। ਤੂੰ ਇੱਕ ਵਾਰੀ ਗੁਰੂ ਨੂੰ ਯਾਦ ਕਰ, ਗੁਰੂ ਨੇ ਤੈਨੂੰ ਬਾਰ-ਬਾਰ ਯਾਦ ਕਰਨਾ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ। ਤੂੰ ਇੱਕ ਵਾਰੀ ਗੁਰੂ ਨੂੰ ਯਾਦ ਕਰੇਗਾ ਤੇ ਬਾਰੰਗ ਬਾਰ ਬਾਰ ਗੁਰ ਹੇਤ ਹੈ। ਤੂੰ ਥੋੜਾ ਵੀ ਪਿਆਰ ਕਰ ਗੁਰੂ ਨਾਲ, ਗੁਰੂ ਤੈਨੂੰ ਬਹੁਤਾ ਪਿਆਰ ਕਰੇਗਾ। ਤੂੰ ਥੋੜਾ ਵੀ ਗੁਰੂ ਵੱਲ ਚੱਲ ਕੇ ਆ, ਗੁਰੂ ਬਹੁਤ ਲੰਮਾ ਪੈਂਡਾ ਤੈਅ ਕਰਕੇ ਤੇਰੇ ਕੋ ਆਵੇਗਾ। ਕਿਉਂਕਿ ਸਿੱਖ ਦੀ ਇੰਨੀ ਸਮਰੱਥਾ ਨਹੀਂ ਹੈ ਕਿ ਗੁਰੂ ਦੇ ਬਰਾਬਰ ਹੋ ਸਕੇ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ। ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਤੂੰ ਇੱਕ ਵਾਰੀ ਗੁਰੂ ਨੂੰ ਯਾਦ ਕਰ, ਗੁਰੂ ਨੇ ਤੈਨੂੰ ਬਾਰ-ਬਾਰ ਯਾਦ ਕਰਨਾ। ਤੂੰ ਇੱਕ ਵਾਰੀ ਕਹਿ ਦੇ ਮੈਂ ਤੇਰੇ ਜੋਗਾ। ਹੋ ਸਕਦਾ ਹੈ ਤੂੰ ਤੇ ਮੁੜ ਕੇ ਭੁੱਲ ਜਾਵੇਂ। ਮਹਾਰਾਜ ਕਹਿੰਦੇ ਭਾਈ ਜੋਗੇ ਵਾਂਗੂ ਇੱਕ ਵਾਰੀ ਕਹਿਤਾ ਮੈਂ ਤੁਹਾਡੇ ਜੋਗਾ ਤੇ ਫਿਰ ਭੁੱਲ ਗਿਆ, ਤੇ ਗੁਰੂ ਨਹੀਂ ਭੁੱਲਿਆ। ਜੇ ਜੋਗੇ ਨੇ ਕਿਹਾ ਮੈਂ ਤੁਹਾਡੇ ਜੋਗਾ, ਤੇ ਸਾਹਿਬ ਕਲਗੀਧਰ ਕਹਿਣ ਲੱਗੇ ਅਸੀਂ ਤੇਰੇ ਜੋਗੇ। ਤੇ ਜੋਗਾ ਸਿੰਘ ਭੁੱਲ ਗਿਆ ਤੇ ਕਲਗੀਧਰ ਨਹੀਂ ਭੁੱਲੇ। ਇਸ ਕਰਕੇ ਮਹਾਰਾਜ ਕਹਿੰਦੇ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ। ਤੂੰ ਇੱਕ ਵੜੀ ਵੀ ਪ੍ਰੇਮ ਨਾਲ ਗੁਰੂ ਨੂੰ ਯਾਦ ਕਰ ਲੇਗਾ ਤੇ ਗੁਰੂ ਬਾਰ-ਬਾਰ ਤੈਨੂੰ ਯਾਦ ਕਰੇਗਾ। ਤੂੰ ਇੱਕ ਕਦਮ ਗੁਰੂ ਵੱਲ ਪ੍ਰੇਮ ਨਾਲ ਚੱਲ ਕੇ ਆਏਗਾ, ਗੁਰੂ ਬੜੇ ਕਦਮ ਚੱਲ ਕੇ ਆਏਗਾ। ਤੇ ਭਾਵਣੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ। ਤੂੰ ਗਰੀਬ ਆ, ਤੂੰ ਕੁਛ ਨਹੀਂ ਕਰ ਸਕਦਾ, ਤੂੰ ਕੌਡੀ ਰੱਖ ਸਕਦਾ ਹੈ। ਉਸ ਸਮੇਂ ਸਭ ਤੋਂ ਜੋ ਛੋਟੀ ਕਰੰਸੀ ਹੁੰਦੀ ਸੀ ਤੇ ਉਹ ਕੌਡੀ ਹੁੰਦੀ ਸੀ। ਮਰ ਕਹਿੰਦੇ ਤੂੰ ਕੌਡੀ ਵੀ ਗੁਰੂ ਅੱਗੇ ਰੱਖ ਦੇਵੇ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਤੇਰੀ ਭਾਵਨਾ ਨਾ ਰੱਖੀ, ਕੌਡੀ ਨੇ ਤੈਨੂੰ ਬੜਾ ਕੁਛ ਦਵਾ ਦੇਣਾ ਹੈ, ਪਰ ਉਹਦੇ ਚ ਭਾਵਨਾ ਹੋਵੇ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ। ਗੁਰੂ ਬੜਾ ਦਿਆਲ ਹੈ, ਗੁਰੂ ਬੜਾ ਕਿਰਪਾਲ ਹੈ। ਇਸ ਕਰਕੇ ਮਰ ਕਹਿੰਦੇ ਇੱਕ ਸਤਿਗੁਰ ਕੀ ਕਰੇ ਚਾਕਰੀ। ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ। ਇਸ ਤਰ੍ਹਾਂ ਸੇਵਾ ਕਰ ਕਿ ਜਿਸ ਤਰ੍ਹਾਂ ਇੱਕ ਮਾਲਕ ਆਪਣੇ ਨੌਕਰ, ਜਿਸ ਤਰ੍ਹਾਂ ਇੱਕ ਨੌਕਰ ਆਪਣੇ ਮਾਲਕ ਦੇ ਅਧੀਨ ਹੋ ਕੇ ਤੇ ਉਹਦੀ ਚਾਕਰੀ ਸੇਵਾ ਕਰਦਾ ਹੈ। ਤੇ ਮਹਾਰਾਜ ਕਹਿੰਦੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ, ਫਿਰ ਕੀ ਹੋਣਾ ਹੈ? ਤਿਸ ਕਾਰਜ ਸਭ ਸਵਾਰੇ। ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ। ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੇ। ਬੜਾ ਫਿਕਰਵਾਨ ਹੋ ਜਾਂਦਾ ਹੈ ਗੁਰੂ ਜਦੋਂ ਸਿੱਖ ਪਿਆਰ ਪਾ ਲੈਂਦਾ ਗੁਰੂ ਦੇ ਨਾਲ। ਉਹਦੇ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਗੁਰੂ ਦੀ ਹੋ ਜਾਂਦੀ ਹੈ, ਕਿਉਂਕਿ ਉਹਦਾ ਹੋ ਜੂ ਗਿਆ ਹੈ। ਮਰ ਕਹਿੰਦੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ, ਤਿਸ ਕਾਰਜ ਸਭ ਸਵਾਰੇ। ਜੋ ਇੱਛੇ ਸੋ ਫਲ ਪਾਈ ਸੀ। ਗੁਰੂ ਇਹ ਨਹੀਂ ਕਹੇਗਾ ਕਿ ਮੈਂ ਤੈਨੂੰ ਆਹ ਦੇਣਾ, ਗੁਰੂ ਇਹ ਕਹੇਗਾ ਵੀ ਤੂੰ ਕੀ ਲੈਣਾ ਹੈ। ਬਸ ਸਮਰੱਥ ਗੁਰੂ ਦੀ ਇਹੀ ਵਡਿਆਈ ਹੈ, ਵੱਡੀ ਵਡਿਆਈ ਹੈ। ਅੱਜ ਦੇ ਗੁਰੂ ਤਾਂ ਕਹਿਣਗੇ ਤੁਸੀਂ ਸਾਡਾ ਕਮਾਦ ਗੋੜ ਦਿਓ, ਕਣਕਾਂ ਵੱਢ ਆਓ। ਅੱਜ ਕੱਲ੍ਹ ਦੇ ਗੁਰੂ ਵੀ ਤਾਂ ਹੁਣ ਵਪਾਰੀ ਬਣੇ ਹੋਏ ਨੇ ਬਿਆਸਾ ਵਾਲਿਆਂ ਵਾਂਗੂ। ਤੇ ਜਦ ਕੋਈ ਗੁਰੂ ਕਹੇਗਾ ਕਿ ਮੈਨੂੰ ਇਸ ਚੀਜ਼ ਦੀ ਲੋੜ ਆ, ਕੋਈ ਸੇਵਾ ਕਰ ਲਓ, ਮਿਲ ਜੂਗੀ। ਤਾਂ
नहीं 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 नहीं, जो इससे सो फल पाई सी, धन लक्ष्मी ਧਨ ਲਖਮੀ ਸੁੱਤ ਖੜ ਮੇਲੇ ਹਰ ਨਿਸਤਾਰੇ। ਮਹਾਰਾਜ ਕਹਿੰਦੇ ਜੋ ਤੈਨੂੰ ਚਾਹੀਦਾ ਨਾ ਉਹ ਗੁਰੂ ਨੂੰ ਜਦੋਂ ਤੂੰ ਪਿਆਰ ਕਰੇਂਗਾ, ਤੇ ਪਿਆਰ ਸਿੱਧਾ ਥੋੜਾ ਪੈਣਾ, ਪਿਆਰ ਸੇਵਾ ਰਾਹੀਂ ਪੈਣਾ ਹੈ। ਪਿਆਰ ਗੁਰੂ ਨੂੰ ਯਾਦ ਕਰਦਿਆਂ ਕਰਦਿਆਂ ਪਹਿਲੇ ਪਾਏ ਪ੍ਰੀਤ ਪਾਏ ਧਿਆਏ ਧਿਆਏ, ਪਹਿਲੇ ਪਾਏ ਸੰਤ ਪਾਏ ਧਿਆਏ ਧਿਆਏ, ਪ੍ਰੀਤ ਲਾਏ ਪ੍ਰੀਤ ਲਾਏ। ਤੇ ਮਹਾਰਾਜ ਕਹਿੰਦੇ ਨੇ ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ। ਜਦ ਮਹਾਰਾਜ ਕਹਿੰਦੇ ਲਾਏ ਚਿੱਤ ਕਰ ਚਾਕਰੀ, ਰੱਬ ਦੇ ਨਾਮ ਦੇ ਨਾਲ ਚਿੱਤ ਨੂੰ ਲਾਉਣਾ, ਇਹ ਸਭ ਤੋਂ ਦੁਨੀਆ ਦੀ ਵੱਡੀ ਚਾਕਰੀ ਹੈ, ਵੱਡੀ ਨੌਕਰੀ ਹੈ। ਇਹ ਕੋਈ ਕਰਦਾ ਹੀ ਨਹੀਂ ਹੈ। ਹੋਰ ਬਾਕੀ ਨੌਕਰੀਆਂ ਤਾਂ ਅਸੀਂ ਕਰਦੇ ਹਾਂ, ਪਰ ਰੱਬ ਦੀ ਨੌਕਰੀ ਨਹੀਂ ਅਸੀਂ ਕਰਦੇ, ਗੁਰੂ ਦੀ ਚਾਕਰੀ ਨਹੀਂ ਅਸੀਂ ਕਰਦੇ। ਤੇ ਚਾਕਰ ਲੱਗੇ ਚਾਕਰੀ ਨਾਲੇ ਗਾਰ ਵਿਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨ ਪਾਵੇ ਸਾਧ। ਇਹ ਕਨੇਹੀ ਚਾਕਰੀ ਜਿਤ ਪਉ ਖਸਮ ਨਾ ਜਾਏ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਬਨ ਬੱਧੀਆਂ ਕਰ ਤਾਵਣੀ, ਤਾਂ ਕੋ ਆਖੇ ਤਾਂ ਨਾਨਕ ਵੇਖੇ ਨਦਰ ਕਰ ਚੜੇ ਚਵਗਣ ਵੱਲ। ਤੇ ਮਹਾਰਾਜ ਕਹਿੰਦੇ ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਕੋਈ ਜਿਸ ਤਰ੍ਹਾਂ ਇੱਕ ਨੌਕਰ ਨੌਕਰੀ ਕਰਦਾ, ਇਸ ਤਰ੍ਹਾਂ ਸੇਵਾ ਕਰੇ ਸਿੱਖ। ਹੋਣਾ ਕੀ ਹੈ ਫਿਰ? ਹਰ ਨਾਮੇ ਲੱਗੇ ਪਿਆਰ, ਮਹਾਰਾਜ ਕਹਿੰਦੇ ਜਦੋਂ ਤੂੰ ਸੇਵਾ ਚ ਲੱਗੇਗਾ, ਰੱਬ ਦਾ ਨਾਮ ਤੈਨੂੰ ਬੜਾ ਪਿਆਰਾ ਲੱਗੂਗਾ। ਹੁਣ ਤਾਂ ਨਹੀਂ ਨਾ ਪਿਆਰਾ ਲੱਗਦਾ, ਹੁਣ ਤੇ ਕੌੜਾ ਲੱਗਦਾ, ਹੁਣ ਤੇ ਮਨ ਜਪਦਾ ਹੀ ਨਹੀਂ, ਹੁਣ ਇਹ ਮਨ ਤਾਂ ਹੁਣ ਇਸ ਪਾਸੇ ਆਉਂਦਾ ਹੀ ਨਹੀਂ ਗਾ। ਪਰ ਕਹਿੰਦੇ ਜਦੋਂ ਤੂੰ ਸੇਵਾ ਚ ਲੱਗ ਗਿਆ, ਫਿਰ ਆਊਗਾ ਇੱਧਰ ਹੀ, ਇਹ ਜਪੇਗਾ। ਫਿਰ ਹਰਨਾਮੇ ਲੱਗੇ ਪਿਆਰ, ਤੂੰ ਸੇਵਾ ਕਰ, ਗੁਰੂ ਨਾਲ ਪਿਆਰ ਪੈ ਜਾਏਗਾ। ਤੇ ਜਦੋਂ ਗੁਰੂ ਨਾਲ ਪਿਆਰ ਪੈ ਗਿਆ ਤੇ ਨਾਮ ਨਾਲ ਆਪੇ ਪਿਆਰ ਪੈ ਜਾਏਗਾ। ਨਾਨਕ ਜਨਮ ਸਵਾਰੇ ਆਪਣਾ, ਕੁਲ ਕਾ ਕਰੇ ਉਧਾਰ। ਮਹਾਰਾਜ ਕਹਿੰਦੇ ਸੇਵਾ ਦੀ ਵੱਡੀ ਬਰਕਤ ਹੈ ਕਿ ਮਨੁੱਖ ਦਾ ਜਨਮ ਸਫਲ ਹੋ ਜਾਂਦਾ ਹੈ। ਨਾਨਕ ਜਨਮ ਸਵਾਰੇ ਆਪਣਾ। ਲੈਣੇ ਨੇ 7 ਸਾਲ ਕਰਤਾਰਪੁਰ ਸੇਵਾ ਕੀਤੀ ਤੇ ਸਵਰਿਆ ਨਹੀਂ ਜਨਮ, ਤੇ ਕੱਲਾ ਜਨਮ ਨਹੀਂ ਸਵਰਿਆ, ਗੁਰੂ ਨੇ ਸਾਰੀਆਂ ਬਖਸ਼ਾਂ ਕਰ ਦਿੱਤੀਆਂ। ਗੁਰੂ ਅਮਰਦਾਸ ਨੇ 12 ਸਾਲ ਗਾਗਰ ਢੋਈ ਹੈ। ਬਾਬਾ ਬੁੱਢਾ ਜੀ ਨੇ 100 ਸਾਲ ਸੇਵਾ ਕੀਤੀ ਹੈ। ਤੇ ਮਾਰ ਕੇ ਨਾਨਕ ਜਨਮ ਸਵਾਰੇ ਆਪਣਾ, ਤੇ ਕੁੱਲ ਕਾ ਕਰਨ ਉਦਾਰ। ਤੇਰੀ ਕੁੱਲ ਦਾ ਵੀ ਭਲਾ ਹੋ ਜਾਊਗਾ ਜੇ ਤੂੰ ਰੱਬ ਦਾ ਨਾਮ ਗੁਰੂ ਦੀ ਸੇਵਾ ਕਰੇਗਾ ਨਾ। ਤੇ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਹੋਇਆਂ ਜਿੱਥੇ ਤੇਰਾ ਜਨਮ ਸਫਲ ਹੋਊਗਾ, ਤੇਰੀਆਂ ਆਉਣ ਵਾਲੀਆਂ ਨਸਲਾਂ ਦਾ ਵੀ ਭਲਾ ਹੋ ਜਾਊਗਾ। ਜਿਹੜੇ ਅੱਜ ਰਾਜ ਭਾਗ ਪਏ ਮਾਣਦੇ ਆ ਨਾ, ਇਹਨਾਂ ਦੇ ਵੱਡਿਆਂ ਵਡੇਰਿਆਂ ਨੇ ਗੁਰੂ ਘਰ ਦੀਆਂ ਬਹੁਤ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਹੋਈਆਂ ਨੇ, ਤਾਂ ਰਾਜ ਮਿਲੇ ਹੋਏ ਨੇ, ਤਾਂ ਰਾਜ ਭਾਗ ਮਿਲੇ ਹੋਏ ਨੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਨਾ ਤੇਰੀ ਅਵਸਥਾ ਹੋਵੇ ਵੀ ਸੇਵਾ ਥੋੜੀ ਮੰਗਣ ਬਹੁਤਾ, ਨਿਤਨੇਮ ਤੇਰਾ ਬਹੁਤ ਥੋੜਾ ਹੋਵੇ, ਗੁਰੂ ਘਰ ਨਾਲ ਪਿਆਰ ਤੇਰਾ ਬਹੁਤ ਘੱਟ ਹੋਵੇ, ਸੇਵਾ ਤੇਰੀ ਬਹੁਤ ਥੋੜੀ ਹੋਵੇ, ਤੇ ਮੰਗਾ ਤੂੰ ਬਹੁਤੀਆਂ ਪਿਆ ਮੰਗੇ। ਇਸ ਤਰ੍ਹਾਂ ਗੱਲ ਨਹੀਂ ਬਣਨੀ। ਸੇਵਾ ਤੇਰੀ ਬਹੁਤ ਹੋਵੇ ਤੇ ਮੰਗ ਤੇਰੀ ਕੋਈ ਨਾ ਹੋਵੇ। ਜਿੱਦਣ ਤੇਰੀ ਕੋਈ ਮੰਗ ਨਾ ਹੋਊਗੀ ਨਾ ਸੇਵਾ ਕਰਦਿਆਂ ਕਰਦਿਆਂ, ਉਸ ਦਿਨ ਤੈਨੂੰ ਬਹੁਤ ਕੁਝ ਮਿਲ ਜਾਏਗਾ। ਪਰ ਅਸੀਂ ਸੇਵਾ ਥੋੜੀ ਕਰਦੇ ਹਾਂ, ਮੰਗਾਂ ਬਹੁਤੀਆਂ ਮੰਗ ਲੈਂਦੇ ਹਾਂ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਸੇਵਾ ਤੋਂ ਪ੍ਰਸੰਨ ਹੋਏ। ਬਾਬਾ ਆਦਮ ਜੀ ਨੂੰ ਕਹਿਣ ਲੱਗੇ, ਮੰਗੋ ਕੀ ਮੰਗਣਾ ਜੀ। 3 ਵਾਰੀ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਨੇ ਆਖਿਆ ਭਾਈ ਆਦਮ ਨੂੰ, ਭਾਈ ਆਦਮ ਤੂੰ ਸੇਵਾ ਕੀਤੀ ਹੈ, ਮੰਗ ਕੀ ਮੰਗਦਾ ਹੈ?
ਇਹ ਨਹੀਂ ਕਿਹਾ ਵੀ ਅਸੀਂ ਤੈਨੂੰ ਇਹ ਦਿੰਨੇ ਆ, ਮੰਗ ਕੀ ਤੂੰ ਮੰਗਦਾ ਹੈ। ਜਦੋਂ ਉਹਨੇ ਮੰਗਿਆ, ਮਹਾਰਾਜ ਕਹਿੰਦੇ ਤੇਰੇ ਭਾਗਾਂ 'ਚ ਨਹੀਂ ਸੀ, ਪਰ ਹੁਣ ਅਸੀਂ ਤੈਨੂੰ ਦੇਣਾ ਵਾ, ਤੇਰੇ ਭਾਗਾਂ 'ਚ ਨਹੀਂ ਸੀ ਇਹ, ਪਰ ਤੂੰ ਸੇਵਾ ਕੀਤੀ ਹੈ ਤੇ ਅਸੀਂ ਤੈਨੂੰ ਦੇਣਾ। ਤੇ ਜਿੱਦਣ ਭਾਈ ਬਹਿਲੋ ਨੇ ਆਵੇ ਪਕਾਏ, ਪੱਠੇ ਲਾਏ ਇੱਟਾਂ ਪਕਾਉਣ ਵਾਸਤੇ, ਆਵੇ ਉਦੋਂ ਛੋਟੇ ਛੋਟੇ ਆਵੇ ਹੁੰਦੇ ਸਨ, ਤੇ ਉਹ ਕੱਚੇ ਆਵੇ ਹੁੰਦੇ ਸਨ, ਤੇ ਉਹਦਾ ਇੱਕ ਹਿੱਸਾ ਟੁੱਟ ਗਿਆ। ਜਦੋਂ ਇੱਕ ਹਿੱਸਾ ਆਵੇ ਦਾ ਟੁੱਟ ਗਿਆ ਤੇ ਅੱਗ ਉਹ ਥਾਣੀ ਬਾਹਰ ਨੂੰ ਜਾਣ ਲੱਗ ਪਈ। ਤੇ ਹੁਣ ਜਦੋਂ ਅੱਗ ਬਾਹਰ ਨੂੰ ਜਾਵੇ ਤੇ ਅੰਦਰ ਨਾ ਅੱਗ ਰਵੇ ਤੇ ਇੱਟਾਂ ਪੱਕਦੀਆਂ ਨਹੀਂ ਹੈ, ਉਹ ਅੱਗ ਬਾਹਰ ਨੂੰ ਜਾਣ ਲੱਗ ਪਈ, ਆਵਾ ਟੁੱਟ ਗਿਆ ਇੱਕ ਪਾਸਿਓਂ ਭਾਈ ਬਹਿਲੋ ਦਾ। ਕਿਸੇ ਨੇ ਆਖਿਆ ਵੀ ਇਹਦੇ ਵਿੱਚ ਲਿਆਣ ਕੇ ਇੱਥੇ ਕੂੜਾ ਕਰਕਟ ਸੁੱਟਦੇ ਇਸ ਮਗੋਰੇ ਦੇ ਬਾਰ-ਬਾਰ। ਸ਼ਹਿਰ ਦਾ ਕੂੜਾ ਕਰਕਟ ਇਕੱਠਾ ਕਰ ਕਰਕੇ ਇੱਥੇ ਸੁੱਟਦੇ, ਢੇਰ ਲਾ ਦੇ, ਇਹਨੂੰ ਅੱਗ ਨਹੀਂ ਆਊਗੀ ਤੇ ਇੱਟਾਂ ਤੇਰੀਆਂ ਪੱਕ ਜਾਣਗੀਆਂ। ਕਹਿੰਦੇ ਉਸਨੇ ਸ਼ਹਿਰ ਦਾ ਕੂੜਾ ਕਰਕਟ ਜਿੱਥੇ ਇਕੱਠਾ ਕਰ ਕਰਕੇ ਸੁੱਟਿਆ ਸੀ, ਉੱਥੋਂ ਟੋਕਰੇ ਭਰ ਭਰ ਕੇ ਉਹ ਮਗੋਰੇ ਅੱਗੇ ਸੁੱਟਦੇ, ਜਿਹੜਾ ਮਗੋਰਾ ਪੈ ਗਿਆ ਸੀ ਆਵੇ ਦੇ ਵਿੱਚ। ਤੇ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪਤਾ ਲੱਗਾ ਕਿ ਭਾਈ ਬਹਿਲੋ ਨੇ ਤੇ ਆਹ ਕੁਛ ਕੀਤਾ ਹੈ, ਤੇ ਗੁਰੂ ਅਰਜਨ ਦੇਵ ਬੜੇ ਪ੍ਰਸੰਨ ਹੋਏ ਨੇ ਤੇ ਕਿਹਾ, ਭਾਈ ਬਹਿਲੋ ਸਭ ਤੋਂ ਪਹਿਲੋਂ, ਭਾਈ ਬਹਿਲੋ ਸਿੱਖੀ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਕਿਵੇਂ ਆਇਆ? ਬਹੁਤ ਮਹਾਨ ਸੇਵਾ ਕਰਕੇ। ਜਦੋਂ ਤਰਨ ਤਾਰਨ ਦਾ ਸਰੋਵਰ ਪੱਕਾ ਕਰਨ ਦੇ ਸੀ ਗੁਰੂ ਅਰਜਨ ਦੇਵ ਜੀ, ਤੇ ਭਾਈ ਬਹਿਲੋ ਨੇ ਉੱਥੇ ਵੀ ਆਵੇ ਲਾਏ ਤੇ ਲੱਕੜਾਂ ਦੀ ਪੰਡ ਲੈ ਕੇ ਆਉਣ ਦੇ ਆਏ ਜੰਗਲ ਵਿੱਚੋਂ। ਬਹੁਤ ਵੱਡੀ ਪੰਡ ਚੁੱਕ ਲਈ ਭਾਈ ਬਹਿਲੋ ਨੇ। ਦੇਵ ਨੇਤ ਨਾ ਕੁਦਰਤੀ ਉਹ ਭਾਈ ਬਹਿਲੋ ਡਿੱਗ ਪਿਆ ਪੰਡ ਲੈ ਕੇ ਆਉਂਦਿਆ ਬਾਲਣ ਦੀ। ਪੰਡ ਭਾਰੀ ਸੀ ਤੇ ਭਾਈ ਬਹਿਲੋ ਪੰਡ ਦੇ ਥੱਲੇ ਆ ਗਿਆ ਤੇ ਗੁਰੂ ਅਰਜਨ ਦੇਵ ਨੇ ਜਾ ਕੇ ਥੱਲਿਓਂ ਕੱਢਿਆ ਤੇ ਛਾਤੀ ਨਾਲ ਲਾਇਆ ਭਾਈ ਬਹਿਲੋ ਨੂੰ, ਆਖਿਆ, ਭਾਈ ਬਹਿਲੋ ਸਭ ਤੋਂ ਪਹਿਲੋਂ ਤੇ ਜਿੱਦਣ ਭਾਈ ਮੰਝ ਸੇਵਾ ਕਰਦਾ ਹੈ ਤੇ ਬਾਲਣ ਲੈਣ ਗਿਆ, ਖੂਹ ਵਿੱਚ ਡਿੱਗ ਪਿਆ। ਪੰਡ ਭਾਰੀ ਸੀ ਸਿਰ ਤੇ ਰੱਖੀ ਹੋਈ, ਹਨੇਰੀ ਆਈ ਤੇ ਭਾਈ ਮੰਝ ਖੂਹ 'ਚ ਡਿੱਗ ਪਿਆ। ਗੁਰੂ ਅਰਜਨ ਦੇਵ ਕੱਢਣ ਗਏ ਖੂਹ ਦੇ ਵਿੱਚੋਂ। ਅੱਜ ਵੀ ਖੂਹ ਉੱਥੇ ਹੈਗਾ, ਭਾਈ ਮੰਝ ਦਾ ਖੂਹ, ਅੰਮ੍ਰਿਤਸਰ ਤੋਂ ਦਰਬਾਰ ਸਾਹਿਬ ਤੋਂ 2 ਕਿਲੋਮੀਟਰ ਹਟਵਾ ਹੈ, ਸੁਲਤਾਨਵਿੰਡ ਪਿੰਡ ਦੇ ਬਾਹਰ-ਬਾਹਰ। ਜਦੋਂ ਗੁਰੂ ਅਰਜਨ ਦੇਵ ਭਾਈ ਮੰਝ ਨੂੰ ਖੂਹ ਚੋਂ ਕੱਢਣ ਗਏ, ਰੱਸਾ ਲੈ ਕੇ ਨਾਲ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨਾਲ ਗਏ ਤੇ ਰੱਸਾ ਠਾ ਨੂੰ ਖੂਹ ਚ ਵਾਇਆ ਤੇ ਆਖਿਆ, ਭਾਈ ਮੰਝ ਬਾਹਰ ਆ ਜਾ। ਕਹਿਣ ਲੱਗਾ, ਮਹਾਰਾਜ ਪਹਿਲੋਂ ਬਾਲਣ ਬਾਹਰ ਕੱਢੋ। ਇਹ ਹੁੰਦੀ ਆ ਸੇਵਾ। ਇਹਨੂੰ ਕਹਿੰਦੇ ਨੇ ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰਨਾਮੇ ਲੱਗੇ ਪਿਆਰ। ਉਹਨਾਂ ਦਾ ਸੇਵਾ ਹੀ ਜੀਵਨ ਬਣ ਜਾਂਦਾ ਸਿੱਖ ਦਾ। ਕਿਉਂ? ਸੇਵਾ ਵਿੱਚੋਂ ਹੀ ਨਾਮ ਮਿਲਦਾ ਹੈ, ਸੇਵਾ ਵਿੱਚੋਂ ਹੀ ਗੁਰੂ ਦਾ ਪਿਆਰ ਮਿਲਦਾ ਹੈ। ਅੱਜ ਕਥਾ ਕੀਰਤਨ ਵਾਲੇ ਬੜੇ ਤੁਰੇ ਫਿਰਦੇ ਨੇ, ਕਿਸੇ ਕੋ ਗੁਰੂ ਦਾ ਪਿਆਰ ਨਹੀਂ ਹੈ। ਮੈਂ ਉਦੋਂ ਵੀ ਕਿਹਾ ਵੀ ਜਿਹੜੇ ਲਿਫਾਫੇ ਲੈ ਕੇ ਤੁਰ ਜਾਂਦੇ ਨੇ ਘਰਾਂ ਨੂੰ, ਗੁਰੂ ਉਹਨਾਂ ਨੂੰ ਪਿਆਰ ਨਹੀਂ ਦਿੰਦਾ, ਉਹ ਲਿਫਾਫੇ 'ਚ ਲੈ ਲੈਂਦੇ ਨੇ। ਪਿਆਰ ਤੇ ਉਹਨਾਂ ਨੂੰ ਮਿਲਦਾ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ। ਤੇ ਮਹਾਰਾਜ ਨੇ ਆਖਿਆ, ਭਾਈ ਬਾਹਰ ਆ ਜਾ। ਕਹਿਣ ਲੱਗਾ, ਨਹੀਂ ਮਹਾਰਾਜ ਬਾਲਣ ਬਾਹਰ ਕੱਢੋ ਪਹਿਲੋਂ। ਤੇ ਜਦੋਂ ਬਾਲਣ ਕੱਢ ਕੇ ਗੁਰੂ ਅਰਜਨ ਦੇਵ ਨੇ ਖੂਹ ਚੋਂ ਬਾਹਰ ਰੱਖਿਆ, ਫਿਰ ਭਾਈ ਮੰਝ ਨੂੰ ਬਾਹਰ ਕੱਢਿਆ ਤੇ ਗੁਰੂ ਅਰਜਨ ਦੇਵ ਨੇ ਵਰ ਦਿੱਤਾ। ਫਿਰ
ਕਹਿੰਦੇ ਇੱਕ ਧਾਰਨਾ ਪੜ੍ਹਦੇ ਹੁੰਦੇ ਆ ਕਿ ਨਾਮ ਜਪੀਏ ਤੇ ਦੂਰ ਹੁੰਦੇ ਦੁੱਖੜੇ, ਤੇ ਸੇਵਾ ਕਰਕੇ ਮਾਨ ਪਾਈਦਾ। ਗੁਰੂਆਂ ਨੇ ਆਪ ਸੇਵਾ ਕੀਤੀ ਆ, ਹੱਥੀਂ ਸੇਵਾ ਕੀਤੀ ਹੈ। ਜਦੋਂ ਭਾਈ ਮੰਝ ਨੂੰ ਬਾਹਰ ਕੱਢਿਆ ਤੇ ਗੁਰੂ ਅਰਜਨ ਦੇਵ ਨੇ ਵਰ ਦਿੱਤਾ ਫਿਰ ਉਸ ਨੂੰ, ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਣ ਹਾਰਾ। ਇਹ ਹੈ ਸੇਵਾ ਦੀ ਵੱਡੀ ਵਡਿਆਈ, ਜਿਨ੍ਹਾਂ ਨੇ ਸੇਵਾ ਕੀਤੀ ਹੈ। ਤੇ ਜਿਨ੍ਹਾਂ ਨਹੀਂ ਕੀਤੀ, ਮਹਾਰਾਜ ਕਹਿੰਦੇ ਨੇ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਏ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵਈ, ਮਰ ਜੰਮੇ ਫਿਰ ਆਵੇ ਜਾਏ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੇ ਮਨ ਆਏ। ਤੇ ਹੁਣ ਗੁਰਦੁਆਰੇ ਦੀ ਸੇਵਾ ਹੁੰਦੀ ਪੱਖਾ ਝੱਲਣਾ, ਪੱਖਾ ਝੱਲਣ ਦੀ ਸੇਵਾ ਤੇ ਗੁਰਦੁਆਰੇ ਮੁੱਕ ਗਈ, ਪੱਖੇ ਲੱਗ ਗਏ। ਗੁਰਦੁਆਰੇ ਦੀ ਸੇਵਾ ਹੁੰਦੀ ਸੀ ਪਾਣੀ ਢੋਣਾ, ਉਹ ਹੁਣ ਤੇ ਟੂਟੀਆਂ ਲੱਗ ਗਈਆਂ, ਪਾਣੀ ਖੂਹਾਂ ਤੋਂ ਲਿਆਉਂਦਾ ਕੋਈ ਨਹੀਂ ਹੁਣ ਤਾਂ। ਤੱਪੜ ਝਾੜ ਵਿਛਾਏ ਧੂੜੀ ਨਾ ਆਇਆ। ਅਜੇ ਵੀ ਬੜੀਆਂ ਸੇਵਾ ਨੇ ਗੁਰੂ ਦੀਆਂ, ਜੇ ਉਹ ਕਰਨਾ ਚਾਹਵੇ ਤਾਂ ਝਾੜੂ ਫੇਰੇ, ਸਫਾਈ ਕਰੇ, ਪੋਚਾ ਲਾਵੇ, ਗੁਰੂ ਕੇ ਰਮਾਲੇ ਧੋਵੇ, ਚੰਦੋਆ ਬਦਲੇ, ਬੜੀਆਂ ਸੇਵਾ ਨੇ ਗੁਰੂ ਦੇ ਅੰਦਰ। ਪਰ ਅਸੀਂ ਸੜਕ ਤੇ ਲੰਗਰ ਲਾਉਣ ਨੂੰ ਸੇਵਾ ਸਮਝ ਕੇ ਬਹਿ ਗਏ ਹੋਏ ਆ। ਇਹ ਕੋਈ ਸੇਵਾ ਨਹੀਂ ਹੈ ਸੜਕ ਤੇ ਕੋਈ ਕਰਨਾ, ਕਿਉਂਕਿ ਉਸ ਦੀ ਲੋੜ ਨਹੀਂ ਹੈ। ਜਿਸ ਦੀ ਲੋੜ ਕੋਈ ਨਹੀਂ, ਉਹ ਕਰਨਾ ਹੀ ਕਿਉਂ ਆ। ਸੇਵਾ ਕੇਵਲ ਗੁਰੂ ਦਰ ਤੇ ਹੁੰਦੀ ਆ ਭਾਈ, ਤੇ ਗੁਰੂ ਦੀ ਹੁੰਦੀ ਆ, ਜਾਂ ਗੁਰਸੰਗਤ ਦੀ ਸੇਵਾ ਹੁੰਦੀ, ਜਾਂ ਗੁਰਸਿੱਖਾਂ ਦੀ ਸੇਵਾ। ਉੱਥੋਂ ਜਿੱਥੋਂ ਆਪਾਂ ਗੱਲ ਆਰੰਭ ਕੀਤੀ ਸੀ ਕਿ ਕਲਗੀਧਰ ਦਾ ਬਚਨ ਸੀ ਵੀ ਸਿੱਖ ਨੇ ਸਿੱਖ ਦੀ ਸੇਵਾ ਕਰਨੀ ਹੈ, ਤੇ ਕਰਨੀ ਵੀ ਰੁਚ ਦੇ ਨਾਲ ਹੈ, ਪਿਆਰ ਦੇ ਨਾਲ ਹੈ। ਕਿਉਂ? ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ। ਜਿੱਥੇ ਇਹ ਬਚਨ ਕੀਤਾ ਬਾਣੀ ਨੇ ਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਉੱਥੇ ਕਲਗੀਧਰ ਨੇ ਬਚਨ ਕੀਤਾ ਕਿ ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨ ਜੀ ਕੋ। ਮੈਨੂੰ ਤੇ ਇਹੋ ਸੇਵਾ ਚੰਗੀ ਲੱਗਦੀ ਜਿਹੜੀ ਮੇਰੀ ਪੰਥ ਦੀ ਸੇਵਾ ਕਰਦਾ ਹੈ। ਤੇ ਮਹਾਰਾਜ ਕਹਿੰਦੇ ਭਾਈ ਗੁਰ ਕੀ ਸੇਵਾ ਕਰੋ ਦਿਨ ਰਾਤ, ਦਿਨ ਹੋਵੇ ਰਾਤ ਹੋਵੇ। ਗੁਰੂ ਅਮਰਦਾਸ ਦਿਨੇ ਸੰਗਤ ਦੀ ਸੇਵਾ ਕਰਦੇ ਸਨ ਖਡੂਰ ਸਾਹਿਬ, ਤੇ ਰਾਤ ਨੂੰ ਲੋਕੀ ਸੌਂ ਜਾਂਦੇ ਸੀ, ਤੇ ਗੁਰੂ ਅਮਰਦਾਸ ਪਾਣੀ ਦਾ ਪ੍ਰਬੰਧ ਕਰਕੇ ਤੇ ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਜੀ ਦਾ ਇਸ਼ਨਾਨ ਕਰਾਉਂਦੇ ਸਨ। ਗੁਰ ਕੀ ਸੇਵਾ ਕਰੋ ਦਿਨ ਰਾਤ। ਫਿਰ ਹੋਣਾ ਕੀ ਆ? ਸੂਖ ਸਹਿਜ ਮਨ ਆਵੇ ਸ਼ਾਂਤ। ਗੁਰ ਕੀ ਸੇਵਾ ਕਰੋ ਦਿਨ ਰਾਤ, ਫਿਰ ਹੋਣਾ ਕੀ ਆ? ਸੇਵਾ ਕਰਦਿਆਂ ਕਰਦਿਆਂ ਸੂਖ ਸਹਿਜ, ਤੈਨੂੰ ਸੁਖ ਮਿਲੇਗਾ। ਗੁਰ ਸੇਵਾ ਤੇ ਸੁਖ ਪਾਈਏ, ਹੋਰ ਤੇ ਸੁਖ ਨਾ ਭਾਲ। ਸੂਖ ਸਹਿਜ ਮਨ ਆਵੇ ਸ਼ਾਂਤ। ਤੇਰਾ ਮਨ ਨਹੀਂ ਨਾ ਟਿਕਦਾ, ਤੈਨੂੰ ਸਹਿਜ ਨਹੀਂ ਨਾ ਮਿਲਦਾ। ਪਰ ਕਹਿੰਦੇ ਤੂੰ ਗੁਰੂ ਨੂੰ ਸਮਰਪਿਤ ਹੋ ਕੇ ਤੇ ਗੁਰੂ ਦੀ ਸੇਵਾ ਚ ਲੱਗ ਜਾ, ਇਹ ਚੀਜ਼ਾਂ ਤੈਨੂੰ ਆਪਣੇ ਆਪ ਹੀ ਮਿਲ ਜਾਣਗੀਆਂ। ਤੇਰੇ ਯਤਨਾਂ ਨਾਲ ਤੈਨੂੰ ਸਹਿਜ ਨਹੀਂ ਮਿਲਣਾ, ਤੇਰੇ ਯਤਨਾਂ ਨਾਲ ਤੇਰਾ ਅੰਦਰ ਨਹੀਂ ਟਿਕਣਾ, ਤੇਰੇ ਯਤਨਾਂ ਨਾਲ ਤੈਨੂੰ ਰੱਬ ਦਾ ਨਾਮ ਨਹੀਂ ਮਿਲਣਾ। ਇਸ ਜਗ ਮੇਂ ਨਾਮ ਅਲੱਭ ਹੈ, ਉਹ ਨਹੀਂ ਲੱਭਣਾ। ਪਰ ਗੁਰਮੁਖ ਵਸੇ ਮਨ ਆਏ, ਜਦੋਂ ਤੂੰ ਗੁਰੂ ਨੂੰ ਸਮਰਪਿਤ ਹੋ ਗਿਆ, ਇਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ। ਹਰ ਸੇਵਾ ਮੇਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਮਹਾਰਾਜ ਕਹਿੰਦੇ ਆ ਕਿ ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਜੇ ਤੂੰ ਰੱਬ ਦੀ ਸੇਵਾ ਕਰਨੀ ਚਾਹੁੰਦਾ ਤੇ ਰੱਬ ਦਾ ਨਾਮ ਹੈ, ਤੇ ਜੇ ਤੂੰ ਗੁਰੂ ਦੀ ਸੇਵਾ ਕਰਨਾ ਚਾਹੁੰਦਾ ਤੇ ਉਹ ਸੇਵਾ ਹੋਰ ਕਿਸਮ ਦੀ ਸੇਵਾ ਹੈ।
ਉਹ ਗੁਰੂ ਸਥਾਨ ਤੇ ਸੇਵਾ ਕਰਨੀ ਇਹ ਗੁਰੂ ਦੀ ਸੇਵਾ ਹੈ, ਤੇ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਜਪਣਾ ਇਹ ਰੱਬ ਦੀ ਸੇਵਾ ਵਾ। ਤੇ ਮਹਾਰਾਜ ਕਹਿੰਦੇ ਆ ਕਿ ਹਰ ਸੇਵਾ ਮੇਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ, ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਣਾ, ਜਿਤ ਲਾਇਆ ਤਿਤ ਲਾਗਾ। ਹਾਂਜੀ, ਜਦੋਂ ਬੰਦਾ ਚਾਕਰ ਹੋ ਜਾਂਦਾ, ਜਦੋਂ ਬੰਦਾ ਨੌਕਰ ਹੋ ਜਾਂਦਾ, ਫਿਰ ਉਹਨੂੰ ਕੰਮ ਕਰਨਾ ਹੀ ਪੈਂਦਾ ਹੈ। ਜੇ ਨਹੀਂ ਕਰੇਗਾ ਨੌਕਰ ਕੰਮ, ਤੇ ਮਾਲਕ ਕੱਢ ਦਿੰਦਾ। ਫਿਰ ਜਦੋਂ ਕੋਈ ਗੁਰੂ ਦਾ ਹੋ ਜਾਂਦਾ ਹੈ, ਫਿਰ ਉਹਨੂੰ ਸੇਵਾ ਕਰਨੀ ਪੈਂਦੀ ਹੈ। ਦੁਨਿਆਵੀ ਜਦੋਂ ਕੋਈ ਬੰਦਾ ਨੌਕਰ ਹੁੰਦਾ ਤਾਂ ਮਜਬੂਰ ਹੁੰਦਾ, ਉਹਦੀ ਮਜਬੂਰੀ ਹੁੰਦਾ ਉਹਦੀ ਮਾਲਕ ਦੀ ਸੇਵਾ ਕਰਨੀ। ਪਰ ਜਦੋਂ ਕੋਈ ਗੁਰੂ ਕਾ ਬੰਦਾ ਹੋ ਜਾਂਦਾ, ਮੈਂ ਬੰਦਾ ਬਹਿ ਖਰੀਦ ਸੱਚ ਸਾਹਿਬ ਮੇਰਾ, ਜਦੋਂ ਗੁਰੂ ਦਾ ਬੰਦਾ ਹੋ ਜਾਂਦਾ ਹੈ, ਫਿਰ ਗੁਰੂ ਦੀ ਸੇਵਾ ਕਰਨੀ ਉਹਦੀ ਮਜਬੂਰੀ ਨਹੀਂ ਹੁੰਦੀ, ਉਹਦਾ ਚਾਅ ਹੁੰਦਾ ਹੈ। ਜਿੱਦਾਂ ਮਾਧੋ ਦਾਸ ਬਰਾਗੀ ਗੁਰੂ ਕਾ ਬੰਦਾ ਬਣ ਗਿਆ, ਤੇ ਹੁਣ ਗੁਰੂ ਵਾਸਤੇ ਮਰਨਾ ਉਹਦਾ ਮਜਬੂਰੀ ਨਹੀਂ ਹੈ, ਸ਼ਹੀਦ ਹੋਣਾ ਉਹਨਾਂ ਦਾ ਚਾਅ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਰੁਚਨਾ ਸੇਵਾ ਕਰ ਗੁਰੂ ਦੀ, ਤੇ ਹੋਏਗਾ ਕਿ ਸੂਖ ਸਹਿਜ ਮਨ ਆਵੇ ਸ਼ਾਂਤ। ਹਰ ਸੇਵਾ ਮੇਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਇਹ ਜਿਹੜੇ ਅੱਜ ਕੱਲ੍ਹ ਬਹੁਤੇ ਅਸੀਂ ਗਿਆਨ ਘੋਟਦੇ ਹਾਂ, ਸੇਵਾ ਅਸੀਂ ਵੀ ਨਹੀਂ ਕਰਦੇ, ਤੇ ਤਾਈਓ ਤੇ ਕੁਝ ਮਿਲਦਾ ਨਹੀਂ ਹੈ। ਫਿਰ ਸਾਨੂੰ ਅਸੀਂ ਕੇਵਲ ਗਿਆਨੀ ਰਹਿ ਜਾਂਦੇ ਹਾਂ, ਕੇਵਲ ਕੀਰਤਨੀਏ ਰਹਿ ਜਾਂਦੇ ਹਾਂ, ਗੁਰੂ ਦਾ ਪਿਆਰ ਨਹੀਂ ਸਾਨੂੰ ਮਿਲਦਾ। ਕਿਉਂ? ਅਸੀਂ ਧਰਮ ਦੇ ਨਾਲ ਵੀ ਵਪਾਰ ਕਰਦੇ ਹਾਂ, ਧੰਦਾ ਕਰਦੇ ਹਾਂ। ਕੋਟ ਮਦੇ ਕੋ ਵਿਰਲਾ, ਸੇਵਕ ਹੋਰ ਸਗਲੇ ਬਿਵਹਾਰੀ। ਕਰੋੜਾਂ ਦੇ ਵਿੱਚੋਂ ਕੋਈ ਪ੍ਰੇਮੀ ਹੁੰਦਾ ਹੈ, ਬਾਕੀ ਤਾਂ ਸਾਰੇ ਗੁਰੂ ਨਾਲ ਵਪਾਰ ਕਰਦੇ ਨੇ, ਧਰਮ ਨਾਲ ਵਪਾਰ ਪਏ ਕਰਦੇ ਨੇ। ਤੇ ਮਹਾਰਾਜ ਕਿਰਪਾ ਕਰਨ। ਇਹ ਸੀ ਮਹਾਰਾਜ ਨੇ ਜਿਹੜਾ ਕਿਹਾ ਵੀ ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪੌਥਾ। ਥੋੜਾ ਸੇਵਾ ਨਾਲ ਥੋੜਾ ਕੁਛ ਮਿਲਦਾ ਹੈ, ਵੱਡੀ ਸੇਵਾ ਨਾਲ ਭਾਈ ਲੈਣੇ ਬਹੁਤ ਕੁਛ ਮਿਲ ਜਾਂਦਾ ਹੈ। ਫਿਰ ਭਾਵਣੀਆਂ ਸੋ ਪਾਈਏ, ਜਿੱਦਾਂ ਦੀ ਕੋਈ ਭਾਵਨਾ ਹੋਗੀ, ਜਿੰਨੀ ਕਿਸੇ ਦੀ ਕੋਈ ਸੇਵਾ ਹੋਊਗੀ ਉਨਾ ਹੀ ਫਲ ਮਿਲਣਾ ਹੈ, ਵੱਧ ਨਹੀਂ ਮਿਲਣਾ। ਕੋਈ 5 ਜਮਾਤਾਂ ਪੜ੍ਹਿਆ, ਕੋਈ 10 ਜਮਾਤਾਂ ਪੜ੍ਹਿਆ, ਕੋਈ 12 ਪੜ੍ਹਿਆ, ਉਹਦੀ ਪੜ੍ਹਾਈ ਮੁਤਾਬਕ ਹੀ ਉਹਨੂੰ ਅਹੁਦਾ ਮਿਲਦਾ ਹੈ। ਇਸੇ ਤਰ੍ਹਾਂ ਕਿੰਨੀ ਸੇਵਾ ਹੈ, ਕਿੰਨੀ ਕੋਈ ਕਰਦਾ ਹੈ, ਕਿੰਨੇ ਪਿਆਰ ਨਾਲ ਕਰਦਾ ਹੈ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਕਿੰਨਾ ਕੁ ਚਿੱਤ ਲਾਉਂਦਾ ਸੇਵਾ ਨਾਲ, ਤੇ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ ਕਰਨ, ਸੇਵਾ ਦੀ ਦਾਤ ਪ੍ਰਾਪਤ ਹੋਏ। ਇਹ ਲੋਕ ਸੁਖੀਏ ਪਰਲੋਕ ਸੇਲੇ, ਨਾਨਕ ਹਰ ਪਬ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।